BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਅੱਜ ਆਪਾਂ ਸਾਡੀ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਸ਼ਾਮਲ 3 ਕਵੀਆਂ ਪ੍ਰੋਫੈਸਰ ਪੂਰਨ ਸਿੰਘ, ਫਿਰੋਜ਼ਦੀਨ ਸਰਫ ਅਤੇ ਗੁਰਮੁਖ ਸਿੰਘ ਮੁਸਾਫਰ ਬਾਰੇ ਗੱਲ ਕਰਦੇ ਹਾਂ। ਅਸੀਂ ਉਹਨਾਂ ਦੇ ਜੀਵਨ ਕਾਲ ਬਾਰੇ, ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਅਤੇ ਉਹਨਾਂ ਦੀਆਂ ਕਵਿਤਾਵਾਂ ਜੋ ਕਿ ਸਾਡੇ ਪਾਠਕ੍ਰਮ ਵਿੱਚ ਸ਼ਾਮਲ ਹਨ, ਉਹਨਾਂ ਦੇ ਵਿਸ਼ੇ ਵਸਤੂ ਬਾਰੇ ਔਰ ਸਰਲ ਅਰਥ ਬਾਰੇ ਗੱਲ ਕਰਨ ਜਾ ਰਹੇ ਹਾਂ। ਪ੍ਰੋਫੈਸਰ ਪੂਰਨ ਸਿੰਘ ਦਾ ਜੀਵਨ ਕਾਲ 1881 ਈਸਵੀ ਤੋਂ 1931 ਈਸਵੀ ਤੱਕ ਰਿਹਾ। ਉਹਨਾਂ ਨੇ ਉਚੇਰੀ ਵਿੱਦਿਆ ਹਾਸਲ ਕਰਨ ਦੇ ਲਈ ਟੋਕੀਓ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ। ਦਾਖਲਾ ਲੈਣ ਤੋਂ ਪਹਿਲਾਂ ਉਹਨਾਂ ਜਰਮਨ ਤੇ ਜਾਪਾਨੀ ਭਾਸ਼ਾ ਸਿੱਖੀ। ਪ੍ਰੋਫੈਸਰ ਪੂਰਨ ਸਿੰਘ ਬਹੁਤ ਵੱਡੇ ਵਿਦਵਾਨ ਸਨ। ਉਹ ਭਾਰਤ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਘੁੰਮਣ ਵਾਲੇ ਪੰਜਾਬੀ ਕਵੀ ਹਨ। ਪ੍ਰੋਫੈਸਰ ਪੂਰਨ ਸਿੰਘ ਬਹੁਤ ਛੋਟੀ ਉਮਰ ਵਿੱਚ 31 ਮਾਰਚ 1931 ਈਸਵੀ ਨੂੰ ਇਸ ਦੁਨੀਆ ਤੋਂ ਅਲਵਿਦਾ ਕਹਿ ਕੇ ਚਲੇ ਗਏ। ਉਹਨਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਵਿੱਚ ਲਿਖਿਆ। ਪੰਜਾਬੀ ਭਾਸ਼ਾ ਵਿੱਚ ਉਹਨਾਂ ਨੇ 3 ਕਾਵਿ ਸੰਗ੍ਰਹਿ ਲਿਖੇ। ਖੁੱਲੇ ਮੈਦਾਨ ਜੋ ਕਿ 1922 ਈਸਵੀ ਵਿੱਚ ਛਪਿਆ, ਖੁੱਲੇ ਕੰਡ 1923 ਈਸਵੀ ਵਿੱਚ ਛਪਿਆ, ਖੁੱਲੇ ਅਸਮਾਨੀ ਰੰਗ 1927 ਈਸਵੀ ਵਿੱਚ ਛਪਿਆ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਿੱਚ ਪੰਜਾਬੀਅਤ ਝਲਕਦੀ ਸੀ। ਉਹ ਇੱਕ ਮਸਤ ਤੇ ਅਲਬੇਲਾ ਕਵੀ ਹੈ। ਪੰਜਾਬੀ ਵਿੱਚ ਖੁੱਲੀ ਕਵਿਤਾ ਦਾ ਆਗਾਜ਼ ਉਸ ਦੀਆਂ ਨਜ਼ਮਾਂ ਨਾਲ ਹੀ ਹੁੰਦਾ ਹੈ। ਇਹ ਪ੍ਰਸ਼ਨ ਅਕਸਰ ਛੋਟਾ ਪ੍ਰਸ਼ਨ ਪੁੱਛਿਆ ਜਾਂਦਾ ਹੈ, ਛੋਟੇ ਉੱਤਰ ਵਾਲਾ, ਜਿਸ ਵਿੱਚ ਪੁੱਛਿਆ ਜਾਂਦਾ ਪੰਜਾਬੀ ਖੁੱਲੀ ਕਵਿਤਾ ਦਾ ਸ਼ੁਰੂਆਤ ਕਿੱਥੋਂ ਹੁੰਦੀ ਹੈ, ਤਾਂ ਤੁਸੀਂ ਸਿੱਧਾ ਲਿਖੋਗੇ ਕਿ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਿਖਤਾਂ ਦੇ ਨਾਲ ਪੰਜਾਬੀ ਖੁੱਲੀ ਕਵਿਤਾ ਦਾ ਆਗਾਜ਼ ਹੁੰਦਾ ਹੈ। ਉਸ ਦੀ ਰਚਨਾ ਦਾ ਮੁੱਖ ਜਿਹੜਾ ਫੋਕਸ ਰਿਹਾ ਉਹ ਹੈਗਾ ਰੋਮਾਂਸਵਾਦ, ਰਹੱਸਵਾਦ, ਪੰਜਾਬ ਪਿਆਰ ਅਤੇ ਪ੍ਰਕਿਰਤੀ ਪਿਆਰ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਉਸ ਦੀ ਪਹਿਲੀ ਕਵਿਤਾ ਹੈ। ਇਸ ਕਵਿਤਾ ਵਿੱਚ ਕਵੀ ਨੇ ਪੁਰਾਣੇ ਅਤੇ ਆਧੁਨਿਕ ਪੰਜਾਬ ਦੇ ਲੋਕਾਂ ਦੇ ਸੁਭਾਅ ਦਾ ਜ਼ਿਕਰ ਕੀਤਾ ਹੈ। ਇੱਕ ਲੰਬੀ ਕਵਿਤਾ ਹੈ। ਇਸ ਕਵਿਤਾ ਵਿੱਚ ਕਵੀ ਜਿਹੜੇ ਪੁਰਾਣਾ ਪੰਜਾਬ ਸੀਗਾ ਉਸ ਦੇ ਵਿੱਚ ਲੋਕ ਕਿਸ ਤਰ੍ਹਾਂ ਰਹਿੰਦੇ ਸੀ, ਕਿਵੇਂ ਉੱਥੇ ਆਪਣਾ ਉਹਨਾਂ ਦਾ ਸੁਭਾਅ ਸੀ, ਤੇ ਵਰਤਮਾਨ ਜਿਹੜਾ ਪੰਜਾਬ ਹੈਗਾ ਉਸ ਦੇ ਲੋਕ ਕਿਸ ਤਰ੍ਹਾਂ ਦੇ ਹੈ, ਉਹ ਕਿਸ ਤਰ੍ਹਾਂ ਦਾ ਸੁਭਾਅ ਲੈ ਕੇ ਜਿਉ ਰਹੇ ਹੈ, ਇਹਦੇ ਬਾਰੇ ਚਰਚਾ ਕੀਤੀ ਹੈ। ਪੁਰਾਣੇ ਪੰਜਾਬ ਦੀ ਜਿਹੜੀ ਰਹਿਣੀ ਬਹਿਣੀ ਸੀਗੀ, ਚੱਜ ਚਾਰ ਸੀਗਾ, ਰਿਸ਼ਤੇ ਨਾਤੇ ਸੀਗੇ, ਮੁਹੱਬਤਾਂ ਸੀਗੀਆਂ, ਉਹ ਸਾਰੀਆਂ ਬਹੁਤ ਹੀ ਚੰਗੀਆਂ ਤੇ ਠੀਕ ਲੱਗਦੀਆਂ ਕਵੀ ਨੂੰ। ਪਰ ਅੱਜ ਦਾ ਜਿਹੜਾ ਪੰਜਾਬ ਹੈ ਨਾ, ਉਸ ਦੇ ਵਿੱਚ ਰਹਿਣ ਵਾਲੇ ਲੋਕ ਪੂੰਜੀ ਪਿੱਛੇ ਲੱਗ ਕੇ ਆਪਣੇ ਰਿਸ਼ਤਿਆਂ ਨੂੰ ਤੋੜ ਰਹੇ ਹੈ। ਪੂਰਨ ਸਿੰਘ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਇਸ ਕਵਿਤਾ ਵਿੱਚ ਕਰ ਰਿਹਾ ਹੈ। ਅਸਲ ਵਿੱਚ ਇਹ ਕਵਿਤਾ ਪੰਜਾਬ ਦੇ ਜਾਗੀਰਦਾਰੀ ਨਿਜ਼ਾਮ ਤੋਂ ਪੂੰਜੀਵਾਦੀ ਵਿੱਚ ਤਬਦੀਲ ਹੋ ਰਹੇ ਵਰਤਾਰੇ ਨੂੰ ਸਮਝਣ ਦਾ ਯਤਨ ਕਰਦੀ ਹੈ। ਜਿਹੜਾ ਜਾਗੀਰਦਾਰੀ ਨਿਜ਼ਾਮ ਸੀਗਾ ਉਹਦੇ ਵਿੱਚ ਸਧਾਰਨ ਲੋਕ ਦੁੱਖਾਂ ਤਕਲੀਫਾਂ ਦੇ ਵਿੱਚ ਵੀ ਇੱਕ ਦੂਜੇ ਦਾ ਸਾਥ ਦਿੰਦੇ ਸੀ, ਇੱਕ ਦੂਜੇ ਦੇ ਨਾਲ ਦੁੱਖ ਸੁੱਖ ਸਮੇਂ ਖੜਦੇ ਸੀ। ਪਰ ਵਰਤਮਾਨ ਯੁੱਗ ਵਿੱਚ ਜਦੋਂ ਪੂੰਜੀਵਾਦ ਪ੍ਰਧਾਨ ਹੋ ਗਿਆ, ਉਸ ਸਮੇਂ ਸਧਾਰਨ ਲੋਕਾਂ ਇੱਕ ਦੂਜੇ ਦੇ ਨਾਲ ਉਸ ਤਰ੍ਹਾਂ ਦੇ ਪਿਆਰ ਮੁਹੱਬਤ ਤੇ ਦੁੱਖ ਸੁੱਖ ਦੇ ਵਿੱਚ ਸਾਥ ਨਹੀਂ ਦੇ ਰਹੇ। ਇਹ ਪ੍ਰੋਫੈਸਰ ਪੂਰਨ ਸਿੰਘ ਨੂੰ ਗੱਲ ਬੜੀ ਹੀ ਖੜਕਦੀ ਹੈ, ਬੜੀ ਹੀ ਮਾੜੀ ਲੱਗਦੀ ਹੈ। ਇਸ ਤਰ੍ਹਾਂ ਨਾਲ ਇਸ ਕਵਿਤਾ ਦੇ ਵਿੱਚ ਕਵੀ ਪੁਰਾਣੇ ਪੰਜਾਬ ਅਤੇ ਵਰਤਮਾਨ ਪੰਜਾਬ ਦੇ ਵਿੱਚ ਇੱਕ ਲਕੀਰ ਖਿੱਚਦਾ ਹੈ। ਪੁਰਾਣਾ ਪੰਜਾਬ ਜਿਹੜਾ ਉਹਨੂੰ ਬਹੁਤ ਚੰਗਾ ਲੱਗਦਾ ਹੈ, ਉੱਥੋਂ ਦੇ ਲੋਕਾਂ ਦਾ ਸੱਭਿਆਚਾਰ ਬੜਾ ਚੰਗਾ ਲੱਗਦਾ ਹੈ, ਉਹਨਾਂ ਲੋਕਾਂ ਦਾ ਸੁਭਾਅ ਬੜਾ ਚੰਗਾ ਲੱਗਦਾ ਹੈ। ਪਰ ਵਰਤਮਾਨ ਪੰਜਾਬ ਦੇ ਲੋਕਾਂ ਦਾ ਸੁਭਾਅ ਜੋ ਕਿ ਬਦਲ ਚੁੱਕਾ ਹੈ ਪੂੰਜੀ ਕਰਕੇ, ਉਸ ਨੂੰ ਵਧੀਆ ਨਹੀਂ ਲੱਗਦਾ। ਇਸ ਤਰ੍ਹਾਂ ਦੇ ਨਾਲ ਇਸ ਕਵਿਤਾ ਦੇ ਵਿੱਚ ਉਹਨੇ ਇੱਕ ਸਪਸ਼ਟ ਲਾਈਨ ਖਿੱਚ ਕੇ ਇਸ ਚੀਜ਼ ਨੂੰ ਸਾਫ਼ ਕੀਤਾ ਹੈ ਕਿ ਜਿਹੜਾ ਪੁਰਾਣਾ ਪੰਜਾਬ ਤੇ ਪੰਜਾਬੀ ਸੱਭਿਆਚਾਰ ਅੱਜ ਦੇ ਪੰਜਾਬ ਦੇ ਸੱਭਿਆਚਾਰਾਂ ਨੂੰ ਕਿਤੇ ਵਧੀਆ ਸੀ। ਦੂਸਰੀ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਉਹ ਹੈ ਪੰਜਾਬ ਦੇ ਮਜ਼ਦੂਰ। ਪੰਜਾਬ ਦੇ ਮਜ਼ਦੂਰ ਦੀ ਕਵਿਤਾ ਦੇ ਵਿੱਚ ਉਸਨੇ ਇੱਕ ਮਜ਼ਦੂਰ ਦੀ ਜ਼ਿੰਦਗੀ ਬਾਰੇ ਚਰਚਾ ਕੀਤੀ ਹੈ। ਮਜ਼ਦੂਰ ਦੇ ਬਿਲਕੁਲ ਸਿੰਪਲ ਰਹਿਣੀ ਬਹਿਣੀ ਦੇ ਵਿੱਚ ਰਹਿੰਦਾ ਹੈ, ਸਿੰਪਲ ਉਹਦੀ ਜ਼ਿੰਦਗੀ ਹੈ। ਉਸ ਸਿੰਪਲ ਜ਼ਿੰਦਗੀ ਨੂੰ ਗੁਜ਼ਾਰਦਾ ਹੋਇਆ ਉਹ ਬੜਾ ਹੀ ਸਪਸ਼ਟ ਤੇ ਸਿੱਧ ਪੱਧਰਾ ਕਵੀ ਨੂੰ ਲੱਗਦਾ ਹੈ।
ਕਿਉਂਕਿ ਉਹਦਾ ਜਿਹੜਾ ਖਿਆਲ ਹੈ, ਉਹਦਾ ਜਿਹੜਾ ਸਾਫ਼ ਦਿਲ ਹੈ, ਉਹਦਾ ਜਿਹੜਾ ਗੱਲਬਾਤ ਕਰਨ ਦਾ ਢੰਗ ਹੈ ਬੜਾ ਮਾਸੂਮੀਅਤ ਵਾਲਾ ਹੈ, ਸਬਰ ਹੈ ਉਹਦੇ ਵਿੱਚ, ਸੰਤੋਖ ਹੈ ਉਹਦੇ ਕੋਲ, ਤੇ ਬਹੁਤ ਹੀ ਸਾਦੇ ਢੰਗ ਨਾਲ ਰਹਿਣ ਬਹਿਣੀ ਹੈ ਉਹਦੀ। ਇਸ ਤਰ੍ਹਾਂ ਦੇ ਨਾਲ ਕਵੀ ਨੂੰ ਜਿਹੜਾ ਮਜ਼ਦੂਰ ਹੈਗਾ ਉਹ ਵਧੀਆ ਲੱਗਦਾ। ਔਰ ਮਜ਼ਦੂਰ ਦੇ ਬਾਰੇ ਗੱਲ ਕਰਦਾ ਹੋਇਆ ਕਵੀ ਇਹ ਗੱਲ ਸਪਸ਼ਟ ਕਰਦਾ ਹੈ ਕਿ ਉਹਦੀ ਸਧਾਰਨ ਜ਼ਿੰਦਗੀ ਕਵੀ ਨੂੰ ਆਪਣੇ ਵੱਲ ਖਿੱਚਦੀ ਹੈ। ਇਸੇ ਕਰਕੇ ਕਵੀ ਮਜ਼ਦੂਰ ਦੀ ਜ਼ਿੰਦਗੀ ਨੂੰ ਦੇਖ ਕੇ, ਉਹਦੇ ਕਰੈਕਟਰ ਨੂੰ ਦੇਖ ਕੇ ਉਹਦੀ ਬੜੀ ਪ੍ਰਸ਼ੰਸਾ ਕਰਦਾ ਹੈ। ਸੋ ਵਿਦਿਆਰਥੀਓ, ਪ੍ਰੋਫੈਸਰ ਪੂਰਨ ਸਿੰਘ ਦੀਆਂ ਦੋ ਕਵਿਤਾਵਾਂ ਜਿਹੜੀਆਂ ਕਿ ਸਾਡੇ ਪਾਠਕ੍ਰਮ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਪਹਿਲੀ ਕਵਿਤਾ ਜਿਹੜੀ ਹੈਗੀ ਹੈ ਉਹਦਾ ਵਿਸ਼ਾ ਵਸਤੂ ਵੀ ਪੁੱਛਿਆ ਜਾ ਸਕਦਾ ਹੈ, ਉਸ ਦੇ ਵਿੱਚੋਂ ਪ੍ਰਸੰਗ ਦੱਸ ਕੇ ਵਿਆਖਿਆ ਵੀ ਪੁੱਛੀ ਜਾ ਸਕਦੀ ਹੈਗੀ ਹੈ। ਦੂਸਰੀ ਕਵਿਤਾ ਦਾ ਕੇਂਦਰੀ ਭਾਵ ਜਾਂ ਛੋਟਾ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਵਿੱਚ ਉਹਦੇ ਬਾਰੇ ਕੋਈ ਕੁਐਸਚਨ ਆ ਸਕਦਾ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵੀ ਚਰਚਾ ਪੁੱਛੀ ਜਾ ਸਕਦੀ ਹੈ। ਹੁਣ ਅਸੀਂ ਅਗਲੇ ਕਵੀ ਫਿਰੋਜ਼ਦੀਨ ਸਰਫ ਬਾਰੇ ਗੱਲ ਕਰਨ ਜਾ ਰਹੇ ਹਾਂ। ਫਿਰੋਜ਼ਦੀਨ ਸਰਫ ਦਾ ਜਨਮ 1898 ਈਸਵੀ ਨੂੰ ਹੋਇਆ। ਫਿਰੋਜ਼ਦੀਨ ਸਰਫ ਦੇ ਬਚਪਨ ਦੇ ਵਿੱਚ ਹੀ ਉਹਦੇ ਪਿਤਾ ਇਸ ਦੁਨੀਆ ਤੋਂ ਚਲੇ ਗਏ। ਇਸ ਕਰਕੇ ਉਹਦਾ ਪੜ੍ਹਨ ਲਿਖਣ ਦਾ ਜਿਹੜਾ ਸਫ਼ਰ ਸੀਗਾ ਉਹ ਬਹੁਤ ਜਲਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ। ਚੜ੍ਹਦੀ ਜਵਾਨੀ ਵੇਲੇ ਤੋਂ ਹੀ ਸਰਫ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਉਸ ਦੀ ਭਾਸ਼ਾ ਬੜੀ ਸਰਲ, ਸੰਜਮੀ ਅਤੇ ਮਾਂਝੀ ਸਵਾਰੀ ਹੈ। ਅਕਾਲੀ ਲਹਿਰ ਸਮੇਂ ਸਰਫ ਨੇ ਆਪਣੀ ਕਵਿਤਾ ਦੁੱਖਾਂ ਦੇ ਕੀਰਨੇ ਪੜ੍ਹੀ, ਜਿਸ ਕਰਕੇ ਉਸ ਨੂੰ 1 ਸਾਲ ਜੇਲ੍ਹ ਦੇ ਵਿੱਚ ਵੀ ਜਾਣਾ ਪਿਆ। ਸਰਫ ਦੀ ਕਵਿਤਾ ਵਿੱਚ ਦੇਸ਼ ਪਿਆਰ, ਭਾਈਚਾਰਕ ਏਕਤਾ, ਆਜ਼ਾਦੀ ਦੀ ਚਾਹਤ, ਗੁਲਾਮੀ ਪ੍ਰਤੀ ਘਿਰਨਾ ਆਦਿ ਪ੍ਰਮੁੱਖ ਵਿਸ਼ੇ ਪੇਸ਼ ਹੋਏ ਮਿਲਦੇ ਹਨ। ਉਸ ਦੀ ਕਵਿਤਾ ਦੀ ਰਵਾਨਗੀ, ਵੈਂਦ ਛੰਦ ਵਿੱਚ ਨਿਪੁੰਨਤਾ, ਭਾਸ਼ਾ ਦੀ ਮਿਠਾਸ ਅਤੇ ਲੋਕਾਂ ਦੀ ਜ਼ੁਬਾਨ ਤੇ ਚੜ੍ਹੀ ਹੋਣ ਕਰਕੇ ਉਸ ਨੂੰ ਪੰਜਾਬ ਦੀ ਬੁਲਬੁਲ ਅਤੇ ਵਾਰਿਸ਼ਾ ਦਾ ਵਾਰਿਸ ਵੀ ਕਿਹਾ ਜਾਂਦਾ ਰਿਹਾ ਹੈ। 1955 ਈਸਵੀ ਵਿੱਚ ਸਰਫ ਪਰਲੋਕ ਸਿਧਾਰ ਕੇ ਇਸ ਦੁਨੀਆ ਤੋਂ ਚਲੇ ਗਏ। ਉਸ ਦੀਆਂ ਕਾਵਿ ਪੁਸਤਕਾਂ ਦੇ ਨਾਮ ਦੁੱਖਾਂ ਦੇ ਕੀਰਨੇ, ਨੂਰੀ ਦਰਸ਼ਨ, ਸੁਨਹਿਰੀ ਕਲੀਆਂ, ਸ਼ਰਧਾ ਦੇ ਫੁੱਲ, ਸਰਫ ਉਡਾਰੀ, ਸਰਫ ਨਿਵਾਨੀ, ਸਰਫ ਹੁਲਾਰੇ, ਸਰਫ ਸੁਨੇਹੇ, ਲਾਲਾਂ ਦੀਆਂ ਲੜੀਆਂ, ਸੀ ਹਰਫੀ ਮਜ਼ਦੂਰ ਆਦਿ ਹਨ। ਇਸ ਪਾਠ ਪੁਸਤਕ ਵਿੱਚ ਕਵੀ ਦੀਆਂ ਦੋ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਪਹਿਲੀ ਹੈ ਕੁਰਬਾਨੀ ਤੇ ਦੂਸਰੀ ਕਵਿਤਾ ਦਾ ਨਾਂ ਮੱਤਾਂ ਹੈ। ਕੁਰਬਾਨੀ ਕਵਿਤਾ ਦੀ ਗੱਲ ਅਸੀਂ ਕਰਦੇ ਹਾਂ ਪਹਿਲਾਂ ਸਭ ਤੋਂ। ਹੁਣ ਇਸ ਕਵਿਤਾ ਦੀ ਸ਼ੁਰੂਆਤ ਦੇਖੋ ਕਿਸ ਤਰ੍ਹਾਂ ਹੋ ਰਹੀ ਹੈ। ਦਮ ਦਿੱਤਿਆਂ ਆਵਾਜ਼ ਨਹੀਂ ਦਮ ਨਹੀਂ ਮਿਲਦਾ, ਬਿਨਾਂ ਦਮ ਦੇ ਢੋਏ ਨਹੀਂ ਢੋਏ ਜਾਂਦੇ। ਹੁਣ ਜਿਹੜਾ ਦਮ ਸ਼ਬਦ ਹੈ 3 ਵਾਰੀ ਆਇਆ 2 ਲਾਈਨਾਂ ਦੇ ਵਿੱਚ, ਪਰ 3 ਵਾਰੀ ਇਹਨਾਂ ਦਾ ਅਰਥ ਵੱਖਰੇ ਵੱਖਰੇ ਹੈ। ਪਹਿਲਾ ਦਮ ਦਿੱਤਿਆਂ, ਕੁਰਬਾਨੀ ਦਿੱਤੇ ਤੋਂ ਬਗੈਰ, ਜੀਵਨ ਦਿੱਤੇ ਤੋਂ ਬਗੈਰ, ਆਵਾਜ਼ ਨਹੀਂ ਦਮ ਮਿਲਦਾ, ਤੁਹਾਨੂੰ ਜ਼ਿੰਦਗੀ ਦੇ ਵਿੱਚ ਖੇੜਾ ਨਹੀਂ ਮਿਲਦਾ, ਜ਼ਿੰਦਗੀ ਦੇ ਵਿੱਚ ਦਮ ਨਹੀਂ ਮਿਲਦਾ। ਤੀਸਰਾ ਦਮ ਹੈਗਾ ਜਿਹੜਾ ਉਹਦਾ ਭਾਵ ਹੈਗਾ ਪੂੰਜੀ, ਬਿਨਾਂ ਦਮ ਦੇ ਢੋਏ ਨਹੀਂ ਢੋਏ ਜਾਂਦੇ। ਤੇ ਇਸ ਸੰਸਾਰ ਦੇ ਉੱਪਰ ਪੂੰਜੀ ਤੋਂ ਬਗੈਰ ਜ਼ਿੰਦਗੀ ਵੀ ਨਹੀਂ ਕੱਢੀ ਜਾ ਸਕਦੀ। ਇਸ ਤਰ੍ਹਾਂ ਕਵੀ ਨੇ 3 ਸ਼ਬਦ, ਇੱਕੋ ਸ਼ਬਦ ਦੇ 3 ਅਰਥਾਂ ਦੇ ਵਿੱਚ ਉਹਦਾ ਇਸਤੇਮਾਲ ਕੀਤਾ ਹੈਗਾ। ਇਸ ਕਵਿਤਾ ਵਿੱਚ ਕੁਰਬਾਨੀ ਦੇ ਵਿੱਚ ਕਵੀ ਨੇ ਸਪਸ਼ਟ ਰੂਪ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਕੁਰਬਾਨੀ ਦਿੱਤੇ ਤੋਂ ਬਗੈਰ ਨਾ ਤਾਂ ਦੇਸ਼ ਨੂੰ ਆਜ਼ਾਦ ਕੀਤਾ ਜਾ ਸਕਦਾ ਹੈ, ਨਾ ਕੁਰਬਾਨੀ ਦਿੱਤੇ ਤੋਂ ਬਗੈਰ ਕਿਸੇ ਪਰਿਵਾਰ ਨੂੰ ਜਾਂ ਸਮਾਜ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਹਦੇ ਵਿੱਚ ਦੇਖੋ ਅੱਗੇ ਆਪਾਂ ਹਾਈਲਾਈਟ ਕੀਤੀਆਂ ਲੈਣਾ, ਸਰਫ ਦਾਗ ਗੁਲਾਮੀ ਦੇ ਦੇਸ਼ ਉੱਤੋਂ ਕੌਮੀ ਅਣਖ ਦੇ ਬਾਝ ਨਹੀਂ ਧੋਏ ਜਾਂਦੇ। ਤੇ ਇਸ ਤਰ੍ਹਾਂ ਨਾਲ ਗੁਲਾਮੀ ਦੀ ਜਿਹੜੀ ਜੰਜੀਰਾਂ ਉਹਨੂੰ ਤੋੜਨ ਦੇ ਲਈ ਵੀ ਸਾਨੂੰ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਲੋੜ ਪੈਂਦੀ ਹੈ ਜਿਹੜੇ ਕੁਰਬਾਨੀ ਕਰਨ। ਜਿਸ ਤਰ੍ਹਾਂ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਕੁਰਬਾਨੀ ਦੇ ਦਿੱਤੀ ਸੀ, ਤਾਂ ਹੀ ਸਾਡਾ ਦੇਸ਼ ਆਜ਼ਾਦ ਹੋਇਆ। ਅੱਗੇ ਦੇਖੋ ਕਿ ਸਰਫ ਖੂਨ ਗਰੀਬ ਦੇ ਨੁੱਚੜ ਜਾਂਦੇ, ਮਹਿੰਦੀ ਹੋਰਨਾਂ ਦੇ ਹੱਥੀਂ ਲੱਗਦੀ ਏ। ਦੇਖੋ ਬੜੀ ਸਪਸ਼ਟ ਰੂਪ ਦੇ ਵਿੱਚ ਗੱਲ ਕੀਤੀ ਹੈ। ਇਹ ਤੋਂ ਪਹਿਲਾਂ ਵਾਲੀਆਂ ਲਾਈਨਾਂ ਦੇ ਵਿੱਚ ਵੀ ਇਹੀ ਗੱਲ ਹੋਈ ਹੈ। ਘਰ ਉਜੜਦੇ ਸੈਂਕੜੇ ਮੱਖੀਆਂ ਦੇ, ਬੱਤੀ ਮੋਮ ਦੀ ਤਾਂ ਇੱਕ ਜਗਦੀ ਏ, ਸਰਫ ਖੂਨ ਗਰੀਬਾਂ ਦੇ ਨੁੱਚੜ ਜਾਂਦੇ, ਮਹਿੰਦੀ ਹੋਰਨਾਂ ਦੇ ਹੱਥੀਂ ਲੱਗਦੀ ਹੈ। ਕੁਰਬਾਨੀ ਦੇਣ ਵਾਲੇ ਲੋਕ ਹੋਰ ਹੁੰਦੇ ਆ ਤੇ ਉਸ ਕੁਰਬਾਨੀ ਬਦਲੇ ਮਿਲੀ ਹੋਈ ਆਜ਼ਾਦੀ ਦਾ ਨਜ਼ਾਰਾ ਲੈਣ ਵਾਲੇ ਲੋਕ ਹੋਰ ਹੁੰਦੇ ਆ। ਇਸ ਕਰਕੇ ਕਵੀ ਕਹਿੰਦਾ ਕਿ ਕੁਰਬਾਨੀ ਤਾਂ ਕਿਸੇ ਨੂੰ ਦੇਣੀ ਪੈਣੀ ਹੈ ਜੇਕਰ ਦੇਸ਼ ਨੂੰ ਆਜ਼ਾਦ ਕਰਾਉਣਾ ਹੈ, ਕਿਉਂਕਿ ਇਹ ਕਵਿਤਾ ਉਸ ਸਮੇਂ ਦੀ ਲਿਖੀ ਗਈ ਹੈ ਜਦੋਂ ਦੇਸ਼ ਸਾਡਾ ਗੁਲਾਮ ਸੀ।
ਜਿਸ ਤਰ੍ਹਾਂ ਸੈਂਕੜੇ ਮੱਖੀਆਂ ਦੇ ਘਰ ਉਜਾੜ ਕੇ ਹੀ ਇੱਕ ਮੋਮਬੱਤੀ ਤਿਆਰ ਕੀਤੀ ਜਾਂਦੀ ਹੈ ਤੇ ਉਹ ਰੋਸ਼ਨੀ ਦਿੰਦੀ ਹੈ, ਇਸੇ ਤਰ੍ਹਾਂ ਦੇ ਨਾਲ ਸ਼ਹੀਦ ਹੋਣ ਤੋਂ ਬਾਅਦ ਹੀ ਸਾਨੂੰ ਆਜ਼ਾਦੀ ਮਿਲ ਸਕਦੀ ਹੈ, ਜਿਸ ਦਾ ਲੁਤਫ ਆਮ ਲੋਕ ਲੈ ਸਕਦੇ ਆ। ਹੁਣ ਅੱਗੇ ਚੱਲ ਕੇ ਕਵੀ ਜੇ ਅਸੀਂ ਹਾਈਲਾਈਟ ਕੀਤੀਆਂ ਲੈਣਾ ਕੁਛ, ਕਤਰੇ ਲਹੂ ਦੇ ਪਾਣੀ ਦੇ ਬੰਦ ਹੋ ਕੇ ਸਰਫ ਮੋਤੀ ਤੇ ਮੁਸ਼ਕ ਨੇ ਫੇਰ ਹੁੰਦੇ, ਜ਼ੁਲਮ ਜ਼ਬਰ ਦਾ ਸੀਨਾ ਪਾੜ ਜਾ ਕੇ ਜਿਹੜੀ ਕਾਨੀ ਦੁਨੀਆ ਅੰਦਰ ਕਾਇਮ ਰੱਖੇ ਜਿਹੜੀ ਨਾਮ ਨਿਸ਼ਾਨੀ, ਦੇਸ਼ ਕੌਮ ਦੇ ਪੈਰੋਂ ਜਿਹੜੀ ਸੰਗਲ ਗੁਲਾਮੀ ਲਾਹੇ, ਜਗ ਅੰਦਰ ਹੋਈ ਸਰਫ ਪਿਆਰੇ ਦੇਵੀ ਹੈ ਕੁਰਬਾਨੀ। ਕਵੀ ਕਹਿੰਦਾ ਕਿ ਜਿਹੜੇ ਲੋਕ ਇਸ ਦੁਨੀਆ ਦੇ ਵਿੱਚ ਆਜ਼ਾਦੀ ਦੀ ਮਿਸਾਲ ਲੈ ਕੇ ਚੱਲਦੇ ਆ ਜਾਂ ਆਜ਼ਾਦੀ ਪ੍ਰਾਪਤ ਕਰਨ ਦੀ ਖਾਤਰ ਆਪਣੀ ਕੁਰਬਾਨੀ ਦਿੰਦੇ ਆ, ਆਜ਼ਾਦੀ ਗੁਲਾਮੀ ਦੇ ਸੰਗਲ ਜਿਹੜੇ ਲਾਉਂਦੇ ਆ ਤੇ ਆਜ਼ਾਦੀ ਦਿੰਦੇ ਆ, ਉਹਨਾਂ ਨੂੰ ਹਮੇਸ਼ਾ ਦੁਨੀਆ ਯਾਦ ਰੱਖਦੀ ਹੈ, ਉਹਨਾਂ ਦੀ ਕੁਰਬਾਨੀ ਨੂੰ ਦੁਨੀਆ ਯਾਦ ਰੱਖਦੀ ਹੈ। ਇਸ ਤਰ੍ਹਾਂ ਦੇ ਨਾਲ ਕਵੀ ਨੇ ਇਸ ਕਵਿਤਾ ਦੇ ਵਿੱਚ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੇ ਉੱਪਰੋਂ ਕੁਰਬਾਨ ਹੋਣ ਵਾਲੇ ਲੋਕਾਂ ਦੀ ਗੱਲ ਕੀਤੀ ਹੈ ਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ। ਦੂਸਰੀ ਕਵਿਤਾ ਮੱਤਾਂ, ਜਿਸ ਤਰ੍ਹਾਂ ਨਾਮ ਤੋਂ ਹੀ ਸਪਸ਼ਟ ਹੁੰਦਾ ਕਿ ਇਸ ਦੇ ਵਿੱਚ ਕਵੀ ਸਧਾਰਨ ਲੋਕਾਂ ਨੂੰ ਮੱਤ ਦੇ ਰਿਹਾ, ਵਧੀਆ ਵਧੀਆ ਗੱਲਾਂ ਦੱਸ ਰਿਹਾ ਹੈ ਕਿ ਤੁਸੀਂ ਕਿਸ ਤਰ੍ਹਾਂ ਜ਼ਿੰਦਗੀ ਦੇ ਪੰਧ ਨੂੰ ਸੌਖਾ ਕਰਨਾ ਹੈ ਤੇ ਇਸ ਜ਼ਿੰਦਗੀ ਦੇ ਪੰਧ ਨੂੰ ਸੌਖਾ ਕਰਨ ਦੀ ਖਾਤਰ ਤੁਹਾਨੂੰ ਜ਼ਿੰਦਗੀ ਨੂੰ ਸਧਾਰਨ ਬਣਾਉਣਾ ਪੈਣਾ। ਜਿਵੇਂ ਇਹਦੇ ਵਿੱਚ ਉਹ ਕਹਿੰਦਾ, ਜੇ ਤੂੰ ਪੰਧ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਹੈ, ਦੁਨੀਆ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ, ਤੈਨੂੰ ਦੁਨੀਆ ਦੇ ਲੋਭਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਤੂੰ ਜ਼ਿੰਦਗੀ ਦੇ ਵਿੱਚ ਜੇਕਰ ਸੌਖਾ ਪੰਧ ਕੱਟਣਾ ਤਾਂ ਤੈਨੂੰ ਇਹ ਲੋਭ ਲਾਲਚ ਛੱਡਣੇ ਪੈਣਗੇ। ਅੱਗੇ ਕਵੀ ਥਾਂ ਥਾਂ ਦੇ ਉੱਪਰ ਇਹ ਚੀਜ਼ਾਂ ਨੂੰ ਬਾਰ-ਬਾਰ ਇਹ ਕਹਿ ਰਿਹਾ, ਪੱਲਾ ਫੜੀ ਕੁੱਟ ਕੇ ਜਹਾਨ ਵਿੱਚ ਇੱਕ ਦਾ ਤੂੰ ਜਣੇ ਖਣੇ ਨਾਲ ਪਿਆ, ਐਵੇਂ ਨਾ ਪਿਆਰ ਗੰਢ, ਭਲਾ ਰੱਬ ਆਸਰੇ ਤੂੰ ਜੱਗ ਦੀ ਮੁਥਾਜੀ ਕਾਦੀ, ਸਿਰ ਉੱਤੇ ਚੁਗਦਾ ਨਹੀਂ ਘੋੜੇ ਅਸਵਾਰ ਗੰਢ। ਇਸ ਤਰ੍ਹਾਂ ਕਵੀ ਕਹਿੰਦਾ ਕਿ ਤੂੰ ਸੱਚ ਦਾ ਪੱਲਾ ਫੜ, ਸਧਾਰਨ ਜ਼ਿੰਦਗੀ ਜਿਉ, ਲੋਭ ਲਾਲਚ ਛੱਡ, ਤਾਂ ਹੀ ਤੂੰ ਇਸ ਦੁਨੀਆ ਦੇ ਉੱਪਰ ਬੜੇ ਆਰਾਮ ਦੀ ਜ਼ਿੰਦਗੀ ਗੁਜ਼ਾਰ ਸਕਦਾ ਹੈ, ਨਹੀਂ ਤਾਂ ਫਿਰ ਤੈਨੂੰ ਦੁੱਖ ਝੱਲਣੇ ਪੈਣਗੇ। ਅੱਗੇ ਚੱਲ ਕੇ ਕਵੀ ਜਿਵੇਂ ਕਹਿੰਦਾ ਵੀ ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਯਾਰ ਗੰਢ, ਭੇਤ ਇੱਕ ਦੂਸਰੇ ਦਾ ਲੜ ਕੇ ਵੀ ਖੋਲੀਏ ਨਾ, ਦਿਲਾਂ ਵਿੱਚ ਪਵੇ ਭਾਵੇਂ ਲੱਖ ਤੇ ਹਜ਼ਾਰ ਗੰਢ। ਜਿਸ ਤਰ੍ਹਾਂ ਕਹਿੰਦਾ ਗੰਨੇ ਦੇ ਵਿੱਚ ਪੋਰੀ ਦੇ ਵਿੱਚ ਰਸ ਹੁੰਦਾ ਹੈਗਾ, ਤਾਂ ਜੇਕਰ ਗੰਢ ਪਈ ਹੈ ਤਾਂ ਹੀ ਉਹ ਇੱਕ ਤਰ੍ਹਾਂ ਦੇ ਨਾਲ ਰਸ ਪੈਦਾ ਹੋਇਆ। ਜਾਰੀ ਵਾਲੀ ਗੰਢ, ਜੇਕਰ ਯਾਰੀ ਪੱਕੀ ਹੈਗੀ ਹੈ, ਦੋਸਤੀ ਪੱਕੀ ਹੈਗੀ ਹੈ, ਤਾਂ ਤੁਸੀਂ ਦੁਨੀਆ ਦੇ ਉੱਪਰ ਉਸਨੂੰ ਅੱਗੇ ਵਧੀਆ ਢੰਗ ਨਾਲ ਜ਼ਿੰਦਗੀ ਗੁਜ਼ਾਰ ਸਕਦੇ ਹੋ। ਭੇਦ ਇੱਕ ਦੂਸਰੇ ਦੇ ਲੜ ਕੇ ਵੀ, ਜੇਕਰ ਕਿਸੇ ਨਾਲ ਯਾਰੀ ਦੋਸਤੀ ਟੁੱਟ ਵੀ ਗਈ ਹੈ ਤਾਂ ਉਹਨਾਂ ਦੇ ਭੇਦ ਇੱਕ ਦੂਜੇ ਦੇ ਖੋਲਣੇ ਨਹੀਂ ਚਾਹੀਦੇ। ਕਵੀ ਇਹ ਸਿੱਖਿਆ ਦੇ ਰਿਹਾ। ਲੋਕ ਤੇਰਾ ਤੋੜ ਦੇਸਾਂ ਵਾਧੂ ਫੈਲਸੂਫੀਆਂ, ਇਹ ਵਿੱਤੋਂ ਬਾਹਰ ਚੁੱਕੀ ਹੋਈ ਕਰਦੀ ਖਵਾਰ ਗੰਢ, ਸਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, 100 ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਫੈਲਸੂਫੀਆਂ ਤੋਂ ਭਾਵ ਫਜ਼ੂਲ ਖਰਚੀ ਤੋਂ ਲੈਤਾ ਗਿਆ। ਵਿੱਤੋਂ ਸਮਰੱਥਾ ਤੋਂ 100 ਹੱਥ ਰੱਸਾ, ਸਿਰੇ ਤੇ ਗੰਢ ਤੋਂ ਭਾਵ ਤਾਰੀ ਹੋਈ ਗੱਲ ਜਾਂ ਨਿਚੋੜ ਭਰੀ ਗੱਲ। ਕਵੀ ਕਹਿੰਦਾ ਕਿ ਜੇਕਰ ਤੂੰ ਇਸ ਦੁਨੀਆ ਦੇ ਵਿੱਚ, ਇਸ ਸਮਾਜ ਦੇ ਵਿੱਚ ਸਧਾਰਨ ਜ਼ਿੰਦਗੀ ਗੁਜ਼ਾਰਦਾ ਹੈ ਔਰ ਤੂੰ ਸ਼ੌਕੀਨੀਆਂ ਦੇ ਵਿੱਚ, ਫਜ਼ੂਲ ਖਰਚੀਆਂ ਦੇ ਵਿੱਚ ਨਹੀਂ ਪੈਂਦਾ, ਤਾਂ ਬੜੀ ਸੌਖੀ ਜ਼ਿੰਦਗੀ ਕੱਢ ਸਕਦਾ ਹੈ। ਇਸ ਤਰ੍ਹਾਂ ਦੇ ਨਾਲ ਇਸ ਕਵੀ ਦੀਆਂ ਦੋ ਕਵਿਤਾਵਾਂ ਕਾਵਿ ਸੰਗ੍ਰਹਿ ਵਿੱਚ ਸ਼ਾਮਲ ਕੀਤੀਆਂ ਗਈਆਂ। ਦੋਨਾਂ ਕਵਿਤਾਵਾਂ ਦੇ ਵਿੱਚ ਪਹਿਲੀ ਕਵਿਤਾ ਕੁਰਬਾਨੀ ਦੀ ਗੱਲ ਕਰਦੀ ਹੈ ਤੇ ਦੂਸਰੀ ਕਵਿਤਾ ਦੇ ਵਿੱਚ ਸਿੱਖਿਆਵਾਂ ਦਿੱਤੀਆਂ ਗਈਆਂ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਨਾਲ, ਵੱਖ-ਵੱਖ ਢੰਗਾਂ ਨਾਲ। ਇਸ ਤਰ੍ਹਾਂ ਦੇ ਨਾਲ ਅਸੀਂ ਫਿਰੋਜ਼ਦੀਨ ਸਰਫ ਦੀ ਗੱਲ ਇੱਥੇ ਹੀ ਖਤਮ ਕਰਦੇ ਹਾਂ ਤੇ ਤੀਸਰੇ ਕਵੀ ਗੁਰਮੁਖ ਸਿੰਘ ਮੁਸਾਫਰ ਬਾਰੇ ਗੱਲ ਕਰ ਜਾ ਰਹੇ ਹਾਂ। ਗੁਰਮੁਖ ਸਿੰਘ ਮੁਸਾਫਰ ਪੰਜਾਬੀ ਸਾਹਿਤ ਦਾ ਬਹੁਤ ਹੀ ਨਾਮਵਰ ਸ਼ਾਇਰ ਰਿਹਾ। ਗੁਰਮੁਖ ਸਿੰਘ ਮੁਸਾਫਰ ਦਾ ਜਨਮ 1899 ਈਸਵੀ ਨੂੰ ਤੇ ਮੌਤ 1976 ਈਸਵੀ ਨੂੰ ਹੁੰਦੀ ਹੈ। ਗੁਰਮੁਖ ਸਿੰਘ ਮੁਸਾਫਰ ਦਾ ਜਿਹੜਾ ਫਾਦਰ ਸੀਗਾ, ਉਹ ਏਰੀਏ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਜਾਣੀ ਪਛਾਣੀ ਹੋਈ ਸ਼ਖਸੀਅਤ ਸਨ। ਗੁਰਮੁਖ ਸਿੰਘ ਮੁਸਾਫਰ ਖੁਦ ਬਹੁਤ ਪੜ੍ਹੇ ਲਿਖੇ ਵਿਅਕਤੀ ਸਨ। ਉਹਨਾਂ ਨੇ ਇੱਕ ਅਧਿਆਪਕ, ਸ੍ਰੀ ਅਕਾਲ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਭੂਮਿਕਾਵਾਂ ਨਿਭਾਈਆਂ। ਆਜ਼ਾਦੀ ਅੰਦੋਲਨਾਂ ਦੇ ਵਿੱਚ ਉਹਨੇ ਹਿੱਸਾ ਲਿਆ ਔਰ ਕਈ ਵਾਰ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ। 1966 ਈਸਵੀ ਦੇ ਵਿੱਚ ਜਦੋਂ ਅੱਜ ਦਾ ਪੰਜਾਬ ਦਾ ਨਿਰਮਾਣ ਹੁੰਦਾ ਹੈ, ਸਥਾਪਨਾ ਹੁੰਦੀ ਹੈ, ਉਸ ਸਮੇਂ ਗੁਰਮੁਖ ਸਿੰਘ ਮੁਸਾਫਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ। ਗੁਰਮੁਖ ਸਿੰਘ ਮੁਸਾਫਰ ਇੱਕ
ਕਵੀ ਇੱਕ ਕਹਾਣੀਕਾਰ, ਆਜ਼ਾਦੀ ਘੁਲਾਟੀਏ ਅਤੇ ਸਿਆਸਤਦਾਨ ਸਨ। 1978 ਈਸਵੀ ਵਿੱਚ ਉਹਨਾਂ ਨੂੰ ਕਹਾਣੀ ਸੰਗ੍ਰਹਿ ਔਰ ਵਾਰ ਪਾਰ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਹਾਸਲ ਹੋਇਆ। ਉਹਨਾਂ ਨੂੰ ਅਨੇਕ ਬਕਾਰੀ ਮਾਣ ਸਨਮਾਨ ਮਿਲੇ। ਗਿਆਨੀ ਜੀ ਨੂੰ ਅਕਾਲ ਚਲਾਣੇ ਤੋਂ ਪਿੱਛੋਂ ਭਾਰਤ ਸਰਕਾਰ ਦਾ ਪਦਮ ਵਿਭੂਸ਼ਣ ਸਨਮਾਨ ਵੀ ਦਿੱਤਾ ਗਿਆ। ਉਹਨਾਂ ਦੀਆਂ ਲਿਖੀਆਂ 3 ਜੀਵਨੀਆਂ, ਇੱਕ ਸੰਖੇਪ ਜੀਵਨੀ ਵੀ ਪ੍ਰਕਾਸ਼ਿਤ ਹੋਈ ਮਿਲਦੀ ਹੈ। ਉਹਨਾਂ ਦੇ 8 ਕਹਾਣੀ ਸੰਗ੍ਰਹਿ ਮਿਲਦੇ ਹਨ। ਉਹਨਾਂ ਦੀ ਮੌਤ 18 ਜਨਵਰੀ 1976 ਈਸਵੀ ਨੂੰ ਹੋਈ। ਉਹਨਾਂ ਦੇ ਕਾਵਿ ਸੰਗ੍ਰਹਿ ਦਾ ਨਾਂ ਇਸ ਤਰ੍ਹਾਂ ਨੇ: ਸਬਰ ਦੇ ਬਾਣ, ਪ੍ਰੇਮ ਬਾਣ, ਟੁੱਟੇ ਖੰਭ, ਜੀਵਨ ਪੰਧ, ਮੁਸਾਫਰੀਆਂ, ਕਾਵਿ ਸੁਨੇਹੇ, ਸਹਿਜ ਸੇਤੀ, ਵੱਖਰਾ ਵੱਖਰਾ ਕਤਰਾ, ਦੂਰ ਨੇੜੇ। ਇਹ ਉਹਨਾਂ ਦੇ ਕਾਵਿ ਸੰਗ੍ਰਹਿ ਹਨ। ਅਸੀਂ ਹੁਣ ਗੁਰਮੁਖ ਸਿੰਘ ਮੁਸਾਫਿਰ ਦੀਆਂ ਜਿਹੜੀਆਂ ਕਵਿਤਾਵਾਂ ਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਲ ਹਨ, ਉਹਨਾਂ ਦੀ ਗੱਲ ਕਰਨ ਜਾ ਰਹੇ ਹਾਂ। ਪਹਿਲੀ ਕਵਿਤਾ ਵਤਨ ਦੇ ਸ਼ਹੀਦ ਵਿੱਚ ਕਵੀ ਨੇ ਦੇਸ਼ ਲਈ ਬੰਦੇ ਦੀ ਸ਼ਹਾਦਤ ਨੂੰ ਇੱਕ ਸਰਬੋਤਮ ਸਥਿਤੀ ਮੰਨਿਆ ਹੈ। ਉਹ ਸ਼ਹੀਦਾਂ ਨੂੰ ਦੇਸ਼ ਦੇ ਜਗਦੇ ਦੀਵੇ ਕਹਿੰਦਾ ਹੈ। ਲੇਖਕ ਅਨੁਸਾਰ ਉਹ ਬੰਦਾ ਅਸਲ ਵਿੱਚ ਜਨਤਾ ਦਾ ਆਗੂ ਹੁੰਦਾ ਹੈ, ਨੇਤਾ ਹੁੰਦਾ ਹੈ, ਜੋ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਲੋਕਾਂ ਦੇ ਹੱਕਾਂ ਦੇ ਰੱਖਿਆ ਕਰਦਾ ਹੈ। ਰਾਜੇ, ਸ਼ਾਹ ਅਤੇ ਮੁਕੱਦਸ ਮਰ ਜਾਂਦੇ ਹਨ, ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਪਰ ਜਿਹੜੇ ਲੋਕ ਦੇਸ਼ ਦੇ ਲਈ ਕੁਰਬਾਨੀ ਕਰਦੇ ਆ, ਉਹਨਾਂ ਨੂੰ ਹਮੇਸ਼ਾ ਦੇਸ਼ ਯਾਦ ਰੱਖਦਾ ਹੈ। ਇਸ ਕਵਿਤਾ ਦਾ ਵਿਸ਼ਾ ਸ਼ਹੀਦ ਹੋਣ ਵਾਲੇ ਵਿਅਕਤੀ ਦੀ ਪ੍ਰਸ਼ੰਸਾ ਕਰਨਾ ਹੈ। ਕਵੀ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਸ਼ਹੀਦ ਹੁੰਦੇ ਹਨ ਨਾ, ਉਹ ਦੇਸ਼ ਦੇ ਲਈ ਇੱਕ ਦੀਵੇ ਦਾ ਕੰਮ ਕਰਦੇ ਆ। ਉਹ ਜਾਨ ਦੇ ਕੇ ਵੀ ਨਹੀਂ ਮਰਦੇ, ਬੇਸ਼ੱਕ ਦੁਨੀਆ ਤੋਂ ਚਲੇ ਜਾਂਦੇ ਆ, ਪਰ ਸਦਾ ਹੀ ਸਾਡੇ ਦਿਲਾਂ ਦੇ ਵਿੱਚ ਜਿਉਂਦੇ ਰਹਿੰਦੇ ਹਨ। ਦੇਸ਼ ਦੀ ਖਾਤਰ ਮਰਨ ਵਾਲਾ ਵਿਅਕਤੀ ਬਹੁਤ ਬਹਾਦਰ ਹੁੰਦਾ ਹੈ। ਭਗਤ ਸਿੰਘ ਵਰਗੇ ਲੋਕਾਂ ਨੇ ਦੇਸ਼ ਤੋਂ ਕੁਰਬਾਨੀ ਦਿੱਤੀ। ਅੱਜ ਵੀ ਭਗਤ ਸਿੰਘ ਨੂੰ ਉਸੇ ਤਰ੍ਹਾਂ ਦੇ ਨਾਲ ਯਾਦ ਰੱਖਿਆ ਜਾਂਦਾ ਹੈ। ਸਾਡੇ ਦਿਲਾਂ ਦੇ ਵਿੱਚ ਭਗਤ ਸਿੰਘ ਅੱਜ ਵੀ ਉਸੇ ਤਰ੍ਹਾਂ ਨਾਲ ਜਵਾਨ ਸ਼ਖਸੀਅਤ ਦੇ ਤੌਰ ਤੇ ਦੇਖਿਆ ਜਾਂਦਾ ਹੈ। ਸਾਡੇ ਦਿਲਾਂ ਦੇ ਵਿੱਚ ਉਹਨਾਂ ਦੀ ਯਾਦ ਸਾਡੇ ਨਾਲ ਜੁੜੀ ਹੋਈ ਹੈ। ਇਸੇ ਤਰ੍ਹਾਂ ਨਾਲ ਬਾਕੀ ਸ਼ਹੀਦਾਂ ਦੀ ਵੀ ਗੱਲ ਕਵੀ ਕਰਦਾ ਹੈ, ਦੱਸਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਲੋਕ ਯਾਦ ਕਰਦੇ ਹਨ। ਇੱਕ ਲਕੀਰ ਖਿੱਚੀ ਹੈ ਸਿਆਸਤਦਾਨ ਦੀ ਤੇ ਸ਼ਹੀਦ ਲੋਕਾਂ ਦੀ। ਜਿਹੜੇ ਸਿਆਸਤਦਾਨ ਹੈਗੇ ਆ ਜਾਂ ਜਿਹੜੇ ਰਾਜੇ ਹੋਏ ਆ, ਉਹਨਾਂ ਦੀ ਲੋਕ ਗੱਲ ਟਾਈਮ ਪਾ ਕੇ, ਸਮਾਂ ਪਾ ਕੇ ਭੁੱਲ ਜਾਂਦੇ ਆ, ਪਰ ਸਮਾਜ ਦੇ ਲਈ ਚੰਗੇ ਕੰਮ ਕਰਨ ਵਾਲੇ ਲੋਕਾਂ ਨੂੰ ਲੋਕ ਹਮੇਸ਼ਾ ਹੀ ਯਾਦ ਕਰਦੇ ਰਹਿੰਦੇ ਹੈ। ਇਸ ਤਰ੍ਹਾਂ ਦੇ ਨਾਲ ਕਵੀ ਨੇ ਇਸ ਕਵਿਤਾ ਦੇ ਵਿੱਚ ਦੇਸ਼ ਦੇ ਉੱਪਰ ਕੁਰਬਾਨ ਹੋਣ ਵਾਲੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਦੱਸਿਆ ਕਿ ਕਿਵੇਂ ਉਹ ਲੋਕ ਸਦਾ ਹੀ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਦੇ ਰਹਿੰਦੇ ਹਨ। ਦੂਸਰੀ ਕਵਿਤਾ ਲੀਡਰੀ ਦੀ ਫਿੱਕ। ਲੀਡਰੀ ਦੀ ਫਿੱਕ ਵਿੱਚ ਕਵੀ ਨੇ ਇੱਕ ਲਾਈਨ ਖਿੱਚੀ ਹੈ। ਲਾਈਨ ਕਿਹਦੀ ਖਿੱਚੀ ਹੈ? ਇੱਕ ਪਾਸੇ ਕਵੀ ਖੁਦ ਆਪਣੀ ਵੈਸੇ ਨਿੱਜੀ ਜ਼ਿੰਦਗੀ ਦੀ ਵੀ ਗੱਲ ਕਰਦਾ ਇਹਦੇ ਵਿੱਚ। ਇੱਕ ਪਾਸੇ ਲੀਡਰੀ ਵਾਲੀ ਜ਼ਿੰਦਗੀ ਹੈ, ਦੂਸਰੇ ਪਾਸੇ ਲੇਖਣੀ ਵਾਲੀ ਜ਼ਿੰਦਗੀ ਹੈ, ਲੇਖਕ ਵਾਲੀ ਜ਼ਿੰਦਗੀ ਹੈ। ਕਵੀ ਇੱਥੇ ਇੱਕ ਗੱਲ ਕਹਿੰਦਾ ਕਿ ਜਿਹੜੀ ਮੈਨੂੰ ਲਿਖਣ ਵਾਲੀ ਜ਼ਿੰਦਗੀ ਉਹ ਜ਼ਿਆਦਾ ਵਧੀਆ ਲੱਗੀ ਹੈ। ਜਿਹੜੀ ਲੀਡਰੀ ਹੈ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਕੰਮ ਕਰਨੇ ਪੈਂਦੇ ਆ ਜਿਹੜੇ ਸਮਾਜ ਦੇ ਲਈ ਜਾਂ ਲੋਕਾਂ ਲਈ ਹੋ ਸਕਦਾ ਕਿ ਸਹੀ ਨਾ ਹੋਣ, ਪਰ ਉਹ ਸਿਆਸਤਦਾਨ ਨੂੰ ਫੈਸਲੇ ਲੈਣੇ ਪੈਂਦੇ ਆ ਉਹਦੇ ਟਾਈਮ ਦੇ ਅਨੁਸਾਰ, ਸਮੇਂ ਦੇ ਅਨੁਸਾਰ। ਪਰ ਜਿਹੜਾ ਲੇਖਕ ਹੈ, ਲੇਖਕ ਆਪਣੇ ਅਨੁਸਾਰ ਕੰਮ ਕਰਦਾ ਰਹਿੰਦਾ। ਲੇਖਕ ਨੂੰ ਇਸ ਤਰ੍ਹਾਂ ਦੇ ਫੈਸਲਿਆਂ ਤੋਂ ਉੱਪਰ ਉੱਠ ਕੇ ਲੋਕਾਂ ਦੇ ਲਈ ਵੀ ਜੋ ਵੀ ਗੱਲ ਕਰਨੀ ਉਹ ਕਰ ਸਕਦਾ, ਪਰ ਸਿਆਸਤਦਾਨ ਉਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ। ਇਸ ਕਵਿਤਾ ਦੇ ਵਿੱਚ ਕਵੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਹੈ। ਕਵੀ ਇਸ ਕਵਿਤਾ ਵਿੱਚ ਕਹਿੰਦਾ ਹੈ ਕਿ ਜ਼ਿੰਦਗੀ ਦੇ ਝਮੇਲਿਆਂ ਅਤੇ ਰਾਜਨੀਤਿਕ ਮਸਲਿਆਂ ਵਿੱਚ ਮਸਰੂਫ ਰਹੇ ਮਨੁੱਖ ਦੀ ਸੱਚ ਕਹਿਣ ਅਤੇ ਸੁਣਨ ਦੀ ਜ਼ਰੂਰਤ ਨਾਲ ਜਿਹੜੇ ਮਸਲੇ ਹੈ ਉਹ ਵਿਚਾਰੇ ਆ ਇਸ ਕਵਿਤਾ ਦੇ ਵਿੱਚ, ਜਿਸ ਵਿੱਚ ਪੱਥਰ ਹੋਏ ਬੰਦੇ ਲਈ ਲੁਕਾਈ ਦੇ ਦਰਦ ਲਈ ਪਿਘਲਣ ਦਾ ਸੰਦੇਸ਼ ਵੀ ਦਿੱਤਾ ਗਿਆ, ਚੁੱਪ ਤੋੜਨ ਦਾ ਸੱਦਾ ਵੀ ਦਿੱਤਾ ਗਿਆ, ਲੁਕਾਈ ਲਈ ਕੁਝ ਸਿਰਜਣ ਦੀ ਪ੍ਰੇਰਨਾ ਵੀ ਇਸ ਕਵਿਤਾ ਦੇ ਵਿੱਚ ਮਿਲਦੀ ਹੈ। ਇੱਥੇ ਕਵੀ ਲੀਡਰੀ ਨਾਲੋਂ ਕਾਵਿ ਸਿਰਜਣਾ ਨੂੰ ਤਰਜੀਹ ਦੇ ਰਿਹਾ ਹੈ। ਕਵੀ ਕਿਉਂਕਿ ਖੁਦ ਇੱਕ ਲੀਡਰ ਵੀ ਸੀਗਾ, ਇੱਕ ਲੇਖਕ ਵੀ ਸੀਗਾ, ਔਰ ਸਿਆਸੀ ਲੀਡਰ ਬਣਨ ਤੋਂ ਬਾਅਦ ਉਸਦੇ ਜੀਵਨ ਦੇ ਵਿੱਚ
ਜਿਹੜਾ ਫਿੱਕ ਪੈਦਾ ਹੋਇਆ ਸੀ ਉਸ ਦਾ ਜ਼ਿਕਰ ਉਸਨੇ ਇਸ ਕਵਿਤਾ ਦੇ ਵਿੱਚ ਕੀਤਾ ਹੈ। ਉਹ ਇਸ ਚੀਜ਼ ਨੂੰ ਬੜੇ ਸਪਸ਼ਟ ਰੂਪ ਦੇ ਵਿੱਚ ਕਹਿੰਦਾ ਹੈ ਕਿ ਜੇਕਰ ਮੈਂ ਲੀਡਰ ਨਾ ਹੁੰਦਾ, ਇਕੱਲਾ ਕਵੀ ਹੁੰਦਾ, ਤਾਂ ਸ਼ਾਇਦ ਮੇਰੀ ਜ਼ਿੰਦਗੀ ਇਸ ਤੋਂ ਕਿਤੇ ਵਧੀਆ ਹੋਣੀ ਸੀ। ਇਸ ਲਈ ਲੀਡਰੀ ਵਾਲੀ ਜ਼ਿੰਦਗੀ ਉਸ ਨੂੰ ਬੇਰਸੀ ਲੱਗਦੀ ਹੈ ਔਰ ਕਵੀ ਵਾਲੀ ਜ਼ਿੰਦਗੀ ਉਸ ਨੂੰ ਰਸ ਭਰਪੂਰ ਲੱਗਦੀ ਹੈ। ਇਸ ਤਰ੍ਹਾਂ ਨਾਲ ਲੀਡਰੀ ਦੀ ਫਿੱਕ ਕਵਿਤਾ ਵਿੱਚ ਕਵੀ ਨੇ ਸਵੈ ਪੜਚੋਲ ਕੀਤੀ ਹੈ। ਕਵੀ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਆਪਣੇ ਆਪ ਨੂੰ ਕੋਸਦਾ ਹੈ ਕਿ ਉਹ ਕਵਿਤਾ ਜੇਕਰ ਰਚਦਾ ਰਹਿੰਦਾ ਤਾਂ ਉਹਦੇ ਲਈ ਵਧੀਆ ਸੀ, ਪਰ ਰਾਜਨੀਤਿਕ ਲੀਡਰ ਬਣ ਕੇ ਉਹ ਜੀਵਨ ਵਿੱਚ ਅਜਿਹੀ ਗਿਰਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਹਦਾ ਜੀਵਨ ਫਿੱਕਾ ਤੇ ਬੇਰਸ ਹੋ ਗਿਆ, ਜਿਸ ਤੋਂ ਉਸਨੂੰ ਆਪਣਾ ਆਪ ਉਕਤਾਇਆ ਤੇ ਨਮੋਸ਼ੀ ਭਰਿਆ ਲੱਗਦਾ ਹੈ। ਇਸ ਕਰਕੇ ਕਵੀ ਲੀਡਰੀ ਦੀ ਬਜਾਏ, ਸਿਆਸਤ ਦੀ ਬਜਾਏ ਇੱਕ ਕਵੀ ਜੀਵਨ ਨੂੰ ਵਧੀਆ ਕਹਿੰਦਾ ਹੈ ਤੇ ਉਹਦੀ ਪ੍ਰਸ਼ੰਸਾ ਵੀ ਕਰਦਾ ਹੈ। ਸੋ ਵਿਦਿਆਰਥੀਓ, ਅੱਜ ਅਸੀਂ ਇਹਨਾਂ ਤਿੰਨਾਂ ਕਵੀਆਂ ਦੀਆਂ ਕਵਿਤਾਵਾਂ ਬਾਰੇ ਸੰਖੇਪ ਚਰਚਾ ਕੀਤੀ ਹੈ, ਉਹਨਾਂ ਦੇ ਜੀਵਨ ਬਾਰੇ ਸੰਖੇਪ ਚਰਚਾ ਕੀਤੀ ਹੈ। ਤੁਸੀਂ ਖੁਦ ਇਸ ਨੂੰ ਪਾਠ ਪੁਸਤਕ ਦੇ ਵਿੱਚੋਂ ਪੜ੍ਹੋ, ਅਰਥ ਸਮਝੋ। ਜੇ ਕੋਈ ਸਮੱਸਿਆ ਹੁੰਦੀ ਹੈ ਤਾਂ ਸਾਡੇ ਨਾਲ ਉਸ ਨੂੰ ਡਿਸਕਸ ਕਰੋ ਤੁਸੀਂ, ਕਿਉਂਕਿ ਸਾਡੇ ਕੋਲੇ ਲੈਕਚਰ ਦਾ ਜਿਹੜਾ ਟਾਈਮ ਹੁੰਦਾ ਉਹ ਨਿਸ਼ਚਿਤ ਹੁੰਦਾ ਹੈ, ਅਸੀਂ ਬਹੁਤੀਆਂ ਗੱਲਾਂ ਇਸ ਵਿੱਚ ਨਹੀਂ ਕਰ ਸਕਦੇ। ਸੋ ਕਿਰਪਾ ਕਰਕੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਜੇ ਕੋਈ ਸਮੱਸਿਆ ਹੁੰਦੀ ਹੈ ਸਾਡੇ ਨਾਲ ਗੱਲ ਕਰੋ। ਆਉਣ ਵਾਲੇ ਲੈਕਚਰਾਂ ਦੇ ਵਿੱਚ ਅਸੀਂ ਹੋਰ ਭਾਵਪੂਰਨ ਢੰਗ ਦੇ ਨਾਲ ਅੱਗੇ ਕਵੀਆਂ ਦੀ ਗੱਲ ਕਰਾਂਗੇ। ਅੱਜ ਦਾ ਲੈਕਚਰ ਇੱਥੇ ਹੀ ਖਤਮ ਹੁੰਦਾ ਹੈ।